ਸਾਰਿਆਂ ਦਰਸ਼ਕਾਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਹਾਂ ਰਾਜਵੀਰ ਸਿੰਘ ਹੋਰਾ, ਤੁਸੀਂ ਵੇਖ ਰਹੇ ਹੋ ਤੇੜੀ ਬਾਤ ਨਿਊਜ਼। ਅਸੀਂ ਸੱਚ ਦੀ ਆਵਾਜ਼ ਹਾਂ ਤੇ ਸੰਗਤ ਦੀ ਆਵਾਜ਼ ਹਾਂ। ਸੱਚ ਵੀ ਖਾਂਦੇ ਹਾਂ, ਡੰਕੇ ਦੀ ਚੋਟ ਤੇ ਵੀ ਖਾਂਦੇ ਹਾਂ। ਸਵਾਲ ਕਿੰਨਾ ਵੀ ਤਿੱਖਾ ਹੋਵੇ, ਅਸੀਂ ਸਾਹਮਣੇ ਵਾਲੇ ਨਾਲ ਪੁੱਛਣੇ ਜ਼ਰੂਰ ਹਾਂ। ਇਸ ਸਮੇਂ ਆਪਾਂ ਮੌਜੂਦ ਹਾਂ ਇੰਦੌਰ ਗੁਰੂ ਸਿੰਘ ਸਭਾ ਦੇ ਦਫ਼ਤਰ ਗੁਰਦੁਆਰਾ ਇਮਲੀ ਸਾਹਿਬ ਵਿਖੇ। ਸਾਡੇ ਨਾਲ ਮੌਜੂਦ ਨੇ ਇੰਦੌਰ ਗੁਰੂ ਸਿੰਘ ਸਭਾ ਦੇ ਪ੍ਰਧਾਨ ਸਰਦਾਰ ਮਨਜੀਤ ਸਿੰਘ ਭਾਟੀਆ ਜੀ। ਭਾਟੀਆ ਜੀ, ਅੱਜ ਕੁਝ ਪਤਵੰਤੇ ਸੱਜਣ ਤੇ ਗੁਰਦੁਆਰੇ ਦੇ ਪ੍ਰਧਾਨ ਸਚਿਵ ਦੀ ਕੋਈ ਬੈਠਕ ਬੁਲਾਈ ਗਈ ਸੀ, ਉਸ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹ ਰਹੇ ਹੋ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਣਾ ਅਕਾਲ ਤਖਤ ਸਾਹਿਬ ਤੋਂ ਇੰਦੌਰ ਸ਼੍ਰੀ ਗੁਰੂ ਸਿੰਘ ਸਭਾ ਇੰਦੌਰ ਦੇ ਚੁਣਾਵ ਕਰਾਉਣ ਦੀ ਜਵਾਬਦਾਰੀ ਹਰਪ੍ਰੀਤ ਸਿੰਘ ਬਖਸ਼ੀ ਜੀ ਨੂੰ ਦਿੱਤੀ ਗਈ ਹੈ ਤੇ ਉਹਨਾਂ ਨੇ ਅੱਜ ਆਪਣਾ ਗੁਰਦੁਆਰੇ ਸਾਹਿਬ ਦੇ ਜਿੰਨੇ ਵੀ ਪ੍ਰਧਾਨ ਸਕੱਤਰ ਅਤੇ ਪਤਵੰਤੇ ਸੱਜਣਾਂ ਨੂੰ ਬੁਲਾਇਆ ਸੀ ਔਰ ਉਹਨਾਂ ਨੇ ਕੁਝ ਵਿਸ਼ੇ ਤੇ ਉਹਨਾਂ ਨੂੰ ਅਵਗਤ ਕਰਾਉਣਾ ਸੀ ਤੇ ਅਵਗਤ ਕਰਾ ਕੇ ਉਹ ਮੀਟਿੰਗ ਉਹਨਾਂ ਨੇ ਸੰਪੰਨ ਕੀਤੀ ਹੈ। ਅੱਜ ਦੀ ਜੋ ਮੀਟਿੰਗ ਹੋਈ ਹੈ ਤੇ ਸਾਡੇ ਜਾਣਕਾਰੀ ਚ ਆਇਆ ਹੈ, ਕੋਈ ਵਿਗਿਆਪਤੀ ਆਈ ਅਖਬਾਰ ਦੇ ਅੰਦਰ ਕਿ ਇੰਦੌਰ ਗੁਰੂ ਸਿੰਘ ਸਭਾ 31 ਮਾर्च ਨੂੰ साधारण सभा शामी 4 बजे गुरु नानक निवास ਤੋਂ बुलाया है। अब मेरा सवाल यह है कि इंदौर गुरु सिंह सभा ਦੇ द्वारा बुलाई गई साधारण सभा 1 अक्टूबर 2023 ਨੂੰ श्री अकाल तख्त साहिब ਦੇ ਜਥੇਦਾਰ ਵੱਲੋਂ ਲਿਖਿਤ ਆਦੇਸ਼ ਦੇ ਦੁਆਰਾ ਰੱਦ ਕਰ ਦਿੱਤਾ ਗਿਆ ਸੀ। ਆਪ ਜੀ ਨੂੰ ਉਹਨਾਂ ਨੇ ਡਾਇਰੈਕਸ਼ਨ ਦਿੱਤਾ ਸੀ ਕਿ ਇੰਦੌਰ ਗੁਰੂ ਸਿੰਘ ਸਭਾ ਨੂੰ ਸਾਧਾਰਨ ਸਭਾ ਬੁਲਾਉਣ ਦਾ ਅਧਿਕਾਰ ਨਹੀਂ ਹੈ ਕਿਉਂਕਿ ਚੁਣਾਵ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਫਿਰ ਤੁਸੀਂ ਜੋ ਇਹ ਸਾਧਾਰਨ ਸਭਾ ਕਾਲ ਕੀਤਾ ਹੈ, ਇਹ ਅਕਾਲ ਤਖਤ ਸਾਹਿਬ ਜੀ ਦੇ ਆਦੇਸ਼ ਦੀ ਅਵਮਾਨਨਾ ਨਹੀਂ ਹੋਵੇਗੀ? ਹਰਪ੍ਰੀਤ ਸਿੰਘ ਬਖਸ਼ੀ ਜੀ ਜਿਹੜੇ ਚੁਣਾਵ ਸ਼੍ਰੀ ਗੁਰੂ ਸਿੰਘ ਸਭਾ ਦੀ ਦੇਖ ਰੇਖ ਕਰ ਰਹੇ ਨੇ, ਇਹ ਉਹਨਾਂ ਨੇ ਆਪਣੀ ਬੁਲਾਈ ਹੈਗੀ ਹੈ। ਉਹਨਾਂ ਨੇ ਅਧਿਕਾਰ ਦਿੱਤਾ ਹੈ ਕਿ ਭਈ ਆਪ ਜੀ ਇਹਨਾਂ ਨੂੰ ਤਰੀਕ ਦੀ ਘੋਸ਼ਣਾ ਕਰਨੀ ਹੈ ਕਿ ਭਈ ਕਿਹੜੀ ਤਰੀਕ ਨੂੰ ਸ਼੍ਰੀ ਗੁਰੂ ਸਿੰਘ ਸਭਾ ਦੇ ਚੁਣਾਵ ਹੋਣਗੇ। ਭਈ ਸ਼੍ਰੀ ਗੁਰੂ ਸਿੰਘ ਸਭਾ ਇੰਦੌਰ ਨੇ ਜਦੋਂ ਬੁਲਾਈ ਸੀ ਤੇ ਅਕਾਲ ਤਖਤ ਸਾਹਿਬ ਨੇ ਚਿੱਠੀ ਕੱਢ ਕੇ ਸਾਨੂੰ ਮਨਾ ਕਰਤਾ ਸੀ ਕਿ ਆਪ ਨੂੰ ਅਧਿਕਾਰ ਨਹੀਂ ਹੈ, ਲੇਕਿਨ ਉਹਨਾਂ ਨੇ ਅਕਾਲ ਤਖਤ ਸਾਹਿਬ ਤੋਂ ਹਰਪ੍ਰੀਤ ਸਿੰਘ ਬਖਸ਼ੀ ਜੀ ਨੂੰ ਨਿਯੁਕਤ ਕੀਤਾ ਔਰ ਉਹਨਾਂ ਨੇ ਹੀ ਇਹ 31 ਤਰੀਕ ਦੀ ਜਿਹੜੀ ਬੁਲਾਈ ਹੈ ਗੁਰੂ ਨਾਨਕ ਨਿਵਾਸ 'ਚ ਬੈਠਕ, ਉਹ ਚੁਣਾਵ ਦੀ ਤਾਰੀਖ ਦੀ ਘੋਸ਼ਣਾ ਵਾਸਤੇ ਬੁਲਾਈ ਹੈ। ਨਹੀਂ, ਅੱਜ ਜੋ ਬੈਠਕ ਹੋਈ ਉਹਦੇ ਅੰਦਰ ਇਹ ਚਰਚਾ ਹੋ ਰਿਹਾ ਹੈ ਕਿ ਅਮੈਂਡਮੈਂਟ। ਇੰਦੌਰ ਹਾਈ ਕੋਰਟ ਦਾ ਸਪਸ਼ਟ ਆਦੇਸ਼ ਸੀ 8/2 ਤਰੀਕ ਨੂੰ ਕਿ ਜੋ ਚੁਣਾਵ ਦੀ ਪ੍ਰਕਿਰਿਆ ਹੈ ਸਬ ਰਜਿਸਟਰ ਸੰਪੰਨ ਕਰਵਾਵੇ। ਸਹਿਜਧਾਰੀਆਂ ਦਾ ਮੁੱਦਾ ਸੀ, ਜੋ ਸਹਿਜਧਾਰੀ ਕੋਰਟ ਗਏ ਸਨ, ਉਹਨਾਂ ਨੇ ਕਿਹਾ ਸੀ ਰਜਿਸਟਰ ਨੂੰ ਕਿ ਸਹਿਜਧਾਰੀ ਦੇ ਮੁੱਦੇ ਦੇ ਉੱਤੇ ਨਿਰਣੇ ਦਿਓ ਤੇ ਜੋ ਚੁਣਾਵ ਦੀ ਸੂਚੀ ਅਪਡੇਟ ਨਹੀਂ ਹੈ, ਪੂਰੀ ਨਹੀਂ ਹੋਈ, ਉਸ ਨੂੰ ਪੂਰੀ ਕਰਵਾ ਕਰਕੇ ਚੁਣਾਵ 2 ਹਫ਼ਤੇ ਦੇ ਅੰਦਰ ਚੁਣਾਵ ਦੀ ਪ੍ਰਕਿਰਿਆ ਪੂਰਨ ਕਰਨੀ ਹੈ। ਉਹਦੇ ਅੰਦਰ ਵੀ ਕੋਈ ਡਾਇਰੈਕਸ਼ਨ ਨਹੀਂ ਸੀ ਕਿ ਮਤਲਬ ਅਮੈਂਡਮੈਂਟ ਦਾ ਕੋਈ ਰੋਲ ਨਹੀਂ ਹੈ। ਉਹਦੇ ਬਾਅਦ ਜੋ ਅਕਾਲ ਤਖਤ ਸਾਹਿਬ ਜੀ ਦੇ ਜਥੇਦਾਰ ਜੀ ਜੋ ਪੱਤਰ ਆਇਆ ਹੈ, ਗੁਰੂ ਸਿੰਘ ਸਭਾ ਨੂੰ ਵੀ ਆਇਆ ਹੈ, ਉਸ ਪੱਤਰ 'ਚ ਸਪਸ਼ਟ ਲਿਖਿਆ ਹੋਇਆ ਕਿ ਮੁੱਖ ਚੁਣਾਵ ਅਧਿਕਾਰੀ ਹਰਪ੍ਰੀਤ ਸਿੰਘ ਬਖਸ਼ੀ 2 ਗੁਰਸਿੱਖ ਨੂੰ ਸਹਾਇਕ ਚੁਣਾਵ ਅਧਿਕਾਰੀ ਨਿਯੁਕਤ ਕਰਨਗੇ ਤੇ ਵਰਤਮਾਨ ਬਾਈਲਾਜ਼ ਦੇ ਹਿਸਾਬ ਨਾਲ, ਵਰਤਮਾਨ ਸੰਵਿਧਾਨ ਦੇ ਹਿਸਾਬ ਨਾਲ ਬੈਠਕ ਬੁਲਾ ਕਰਕੇ ਚੁਣਾਵ ਅਧਿਕਾਰੀ ਚੁਣਾਵ ਦੀ ਤਾਰੀਖ ਦੀ ਘੋਸ਼ਣਾ ਕਰਨਗੇ। ਸਿਰਫ ਚੁਣਾਵ ਦੀ ਤਾਰੀਖ ਦੀ ਘੋਸ਼ਣਾ ਕਰਨੀ ਹੈ। ਆਪ ਜੀ ਨੂੰ ਪਤਾ ਹੈ ਕਿ ਚੁਣਾਵ ਦੀ ਪ੍ਰਕਿਰਿਆ ਕਰੀਬ ਪੂਰੀ ਹੋ ਚੁੱਕੀ ਸੀ, ਨਾਮਾਂਕਨ ਵੀ ਹੋ ਗਏ ਨੇ। ਹੁਣ ਇਹ ਜੋ ਨਾਮਾਂਕਨ ਹੋਏ ਨੇ, ਇਹ ਨਾਮਾਂਕਨ ਕੀ ਰੱਦ ਹੋਣਗੇ ਕਿ ਨਵੇਂ ਸਿਰੇ ਨਾਲ ਨਾਮਾਂਕਨ ਬੁਲਾਏ ਜਾਣਗੇ? ਔਰ ਇਹ ਅਮੈਂਡਮੈਂਟ ਦਾ ਸਵਾਲ ਕਿੱਥੇ ਆ ਗਿਆ ਕਿ ਅਮੈਂਡਮੈਂਟ ਕਿੱਥੋਂ ਆ ਗਿਆ? ਨਾ ਇਹ ਅਕਾਲ ਤਖਤ ਦੇ ਡਾਇਰੈਕਸ਼ਨ 'ਚੋਂ ਹੈ ਔਰ ਨਾ ਹੀ ਜੋ सब रजिस्ट्रार ने आप जी को पत्र दिता है, निर्देशित किया है कि आप मुख्य चुनाव मीटिंग बुला करके साधारण सभा बुला करके चुनाव अधिकारी नियुक्ति करवाओ ते सूची का प्रकाशन करके 90 दिन के अंदर चुनावी प्रक्रिया पूर्ण करवाओ। तो अगर एदा वायलेंस होता है तो ये माना जाएगा कि इंदौर हाई कोर्ट के आदेश की अवमानना है। और तुसी कह रहे हो कि वो मीटिंग मुख्य चुनाव अधिकारी ने बुलाया है, मुख्य चुनाव अधिकारी ने ही बुलाना है अकाल तख्त जी के आदेश के अनुसार। पर जो पेपर के अंदर जो आया है वो गुरु सिंह सभा का सील लग्या है, इंदौर गुरु सिंह सभा के प्रधान मनजीत सिंह भाटिया लिखा होया और 4 तारीख को गुरु नानक निवास के उत्ते मीटिंग बुलाई गई है। इसको लेके बड़ा अजीबोगरीब स्थिति उत्पन्न हो रही है, इसको जरा स्पष्ट करो। देखो इस तरह है भाई, श्री गुरु सिंह सभा के चुनाव प्रक्रिया चालू हो गई है और अगे चुनाव संपन्न होने चाहिए ने, यही असी सारे चाहते हैं। लेकिन हाई कोर्ट का जोड़ा आदेश होया है, उन्होंने फर्मेंट सोसाइटी नूं सहजधारियां दे मुद्दे ते
ਲਿਖਿਆ ਸੀਗਾ ਔਰ ਅਸੀਂ ਬਾਇਲਾਅ ਸਾਡੇ ਵਿੱਚ ਕਲੀਅਰ ਹੈ ਕਿ ਸਹਿਜਧਾਰੀ ਵੋਟ ਨਹੀਂ ਪਾ ਸਕਦਾ, ਗੁਰਸਿੱਖੀ ਵੋਟ ਪਾਉਣ ਦਾ ਅਧਿਕਾਰੀ ਹੈ। ਅਸੀਂ ਇਹ ਫਰਮੈਂਟ ਸੁਸਾਇਟੀ ਨੂੰ ਲਿਖ ਕੇ ਦੇ ਦਿੱਤਾ। ਫਰਮੈਂਟ ਸੁਸਾਇਟੀ ਨੇ ਵੀ ਸਾਨੂੰ ਇੱਕ ਆਰਡਰ ਕੱਢਿਆ ਹੈ ਕਿ ਵੀ 90 ਦਿਨਾਂ ਦੇ ਅੰਦਰ ਅੰਦਰ ਤੁਸੀਂ ਸਾਨੂੰ ਚੁਣਾਵ ਅਧਿਕਾਰੀ ਨਿਯੁਕਤ ਕਰਕੇ ਔਰ ਆਪਣਾ ਅਵਗਤ ਕਰਾਓ। ਔਰ ਚूँकि ਆਚਾਰ ਸੰਹਿਤਾ ਲੱਗ ਗਈ ਹੈ ਹੁਣ ਲੋਕ ਸਭਾ ਦੇ ਚੁਣਾਵ ਨੇ ਔਰ ਇਹ ਫਰਮੈਂਟ ਸੁਸਾਇਟੀ ਦਾ ਆਰਡਰ ਸਾਨੂੰ ਫਰਵਰੀ ਐਂਡ 'ਚ ਆਇਆ ਹੈ ਔਰ ਜਿਵੇਂ ਹੀ ਆਰਡਰ ਆਇਆ ਉਹਦੇ ਤੁਰੰਤ ਬਾਅਦ ਅਕਾਲ ਤਖਤ ਨੇ ਚਿੱਠੀ ਲਿਖਤੀ ਕਿ ਵੀ ਅਸੀਂ ਮੁੱਖ ਚੁਣਾਵ ਅਧਿਕਾਰੀ ਨਿਯੁਕਤ ਕਰ ਰਹੇ ਹਾਂ। ਹੁਣ ਗੱਲ ਹੋਇਆ ਕਿ ਫਰਮੈਂਟ ਸੁਸਾਇਟੀ ਜਿਹੜੀ ਸਾਡੀ ਸ੍ਰੀ ਗੁਰੂ ਸਿੰਘ ਸਭਾ ਰਜਿਸਟਰਡ ਸੰਸਥਾ ਹੈ ਉਹਦੇ ਹਿਸਾਬ ਨਾਲ ਚੱਲੀਏ ਤੇ 90 ਦਿਨ ਦਾ ਉਹਨਾਂ ਨੇ ਸਾਨੂੰ ਵਕਤ ਦਿੱਤਾ ਹੋਇਆ ਹੈ। ਇੰਦੌਰ ਗੁਰੂ ਸਿੰਘ ਸਭਾ ਨੂੰ, ਹਾਂ, ਸ੍ਰੀ ਗੁਰੂ ਸਿੰਘ ਸਭਾ ਇੰਦੌਰ ਨੂੰ ਕਿ 90 ਦਿਨਾਂ ਦੇ ਅੰਦਰ ਤੁਸੀਂ ਚੁਣਾਵ ਜਿਹੜੀ ਵੋਟਰ ਲਿਸਟ ਫਾਈਨਲ ਕਰਕੇ ਔਰ ਚੁਣਾਵ ਦੀ ਡੇਟ ਘੋਸ਼ਿਤ ਕਰੋ। ਔਰ ਇੱਧਰੋਂ ਅਕਾਲ ਤਖਤ ਦਾ ਸਾਹਿਬ ਦਾ ਹੁਕਮ ਆ ਗਿਆ ਕਿ ਅਸੀਂ ਹਰਪ੍ਰੀਤ ਸਿੰਘ ਬਖਸ਼ੀ ਨੂੰ ਚੁਣਾਵ ਅਧਿਕਾਰੀ ਨਿਯੁਕਤ ਕਰ ਰਹੇ ਹਾਂ। ਹੁਣ ਕੁਐਸਚਨ ਹੈ ਕਿ ਸ੍ਰੀ ਗੁਰੂ ਸਿੰਘ ਸਭਾ ਇੰਦੌਰ ਦੀ ਕੋਈ ਉਸ ਦਿਨ ਰਾਏ ਨਹੀਂ ਲਈ ਗਈ ਤੇ ਨਾ ਉਹਨਾਂ ਨੇ ਸਾਨੂੰ ਕੋਈ ਚਿੱਠੀ ਰਾਹੀਂ ਪੁੱਛਿਆ, ਨਾ ਸਾਨੂੰ ਫੋਨ ਰਾਹੀਂ ਪੁੱਛਿਆ। ਉਹਨਾਂ ਨੇ ਸਿੱਧੀ ਚਿੱਠੀ ਲਿਖ ਦਿੱਤੀ ਔਰ ਉਸ 'ਤੇ ਲਿਖਤਾ ਕਿ ਅਗਰ ਸਾਡਾ ਸਹਿਯੋਗ ਨਹੀਂ ਹੁੰਦਾ ਤੇ ਅਸੀਂ ਅਡਾਕ ਕਮੇਟੀ ਬਣਾ ਦਾਂਗੇ। ਔਰ ਜੋ ਕਿ ਪਿਛਲੇ 1 ਸਾਲ ਤੋਂ ਪ੍ਰयास ਚੱਲ ਰਿਹਾ ਹੈ ਕਿ ਅਡਾਕ ਕਮੇਟੀ ਬਣਾ ਕੇ ਔਰ ਸ੍ਰੀ ਗੁਰੂ ਸਿੰਘ ਸਭਾ ਦੇ ਕੰਮ ਕਾਜ ਰੋਕੇ ਜਾਣ ਔਰ ਦੂਸਰੀ ਆਬਜ਼ਰਵੇਸ਼ਨ ਕਮੇਟੀ ਬਣਾਈ ਜਾਏ। ਤੇ ਹੁਣ ਬੜੀ ਸਥਿਤੀ ਸੀ ਤੇ ਇਹਨਾਂ ਨੇ ਅੱਜ ਪਹਿਲੀ ਵਾਰ ਮੀਟਿੰਗ ਬੁਲਾਈ ਇੱਧਰ ਆਪਣਾ ਸ੍ਰੀ ਗੁਰੂ ਸਿੰਘ ਸਭਾ ਦੇ ਅੰਦਰ ਔਰ ਜਿਹਦੇ 'ਚ ਉਹਨਾਂ ਨੇ ਪਦ ਅਧਿਕਾਰੀ ਬੁਲਾਏ ਸੀਗੇ ਗੁਰਦੁਆਰੇ ਦੇ ਔਰ ਪਤਵੰਤੇ ਸੱਜਣ ਬੁਲਾਏ ਸੀਗੇ ਤੇ ਉਹਦੇ ਬਾਅਦ ਹੁਣ ਉਹ ਮੀਟਿੰਗ ਕੰਡਕਟ ਹੋਈ। ਉਹਦੇ 'ਚ ਕੀ ਹੋਇਆ ਉਹਦੀ ਜਾਣਕਾਰੀ ਹੁਣੇ ਮੇਰੇ ਕੋਲ ਆਏਗੀ ਤੇ ਪਤਾ ਲੱਗੇਗਾ। नहीं मैं उस मीटिंग चो मैं सी और मैं चुनाव अधिकारी नाल भी जवाब सवाल यही सवाल किया सी मैं कि ये अमेंडमेंट का गल कितने आ रहा है। बस चुनाव करवाना और सीधा चुनाव हो जाना चाहिए और बहुत जल्दी और आसानी नाल चुनाव हो सकता है। जो नवी कमेटी आएगी वो अपना देखेगी की करना की नहीं करना है। भी मुख्य चुनाव अधिकारी ने ही 31 तरीक की जी आम सभा की सूचना दी है और चूँकि रुझेवे करके मैं बाहर सीगा तो उन्होंने 31 तरीक ਨੂੰ ਇਹਦੀ सूचना दी और मेरी नॉलेज ਵਿੱਚ भी ਲਿਆਏ ਸੀ ਕਿ ਅਸੀਂ ਇਹ ਮੀਟਿੰਗ ਬੁਲਾ ਰਹੇ ਹਾਂ। ਸਾਨੂੰ ਅਕਾਲ ਤਖਤ ਸਾਹਿਬ ਨੇ ਮੁੱਖ ਚੁਣਾਵ ਅਧਿਕਾਰੀ ਬਣਾਇਆ ਹੈ ਔਰ ਉਹਦੇ ਵਿੱਚ ਸਿਰਫ ਡੇਟ ਦੀ ਹੀ ਘੋਸ਼ਣਾ ਹੋਏਗੀ ਕਿ ਵੀ ਅਸੀਂ ਤਾਰੀਖ ਦੀ ਘੋਸ਼ਣਾ ਕਰਾਂਗੇ। ਔਰ ਇਹ ਅਮੈਂਡਮੈਂਟ ਦੀ ਗੱਲ ਤੇ ਅੱਜ ਮੈਨੂੰ ਜਦੋਂ ਮੈਂ ਗੁਰਦੁਆਰੇ ਸਾਹਿਬ ਆਇਆ ਔਰ ਮੀਟਿੰਗ ਸੀਗੀ ਪਤਾ ਲੱਗਿਆ ਤੇ ਉਹਦੇ 'ਚ ਪਤਾ ਲੱਗਿਆ ਕਿ ਇਸ ਤਰ੍ਹਾਂ ਦਾ ਅਮੈਂਡਮੈਂਟ ਕਰਨ ਦੀ ਗੱਲ ਹੋ ਰਹੀ ਹੈ ਜਦਕਿ ਅਮੈਂਡਮੈਂਟ ਦਾ ਨਾ ਅਕਾਲ ਤਖਤ ਸਾਹਿਬ ਦਾ ਆਦੇਸ਼ ਹੈ, ਸਿੱਧਾ ਹੈ ਕਿ ਵੀ ਚੁਣਾव ਦੀ ਡੇਟ ਦੀ ਘੋਸ਼ਣਾ ਕਰਨੀ ਚਾਹੀਦੀ ਹੈ ਔਰ ਸਾਧਾਰਨ ਸਭਾ ਦਾ ਇਹੀ ਏਜੰਡਾ ਹੋਣਾ ਚਾਹੀਦਾ ਹੈ। ਹੁਣ ਹਰਪ੍ਰੀਤ ਸਿੰਘ ਬਖਸ਼ੀ ਜੀ ਕੱਲ੍ਹ ਮੈਨੂੰ ਲਿਖ ਕੇ ਅਵਗਤ ਕਰਾਉਣਗੇ ਵੀ ਏਜੰਡਾ ਕੀ ਹੈ ਸਾਧਾਰਨ ਸਭਾ ਦਾ, ਚੂँकि ਕਾਲ ਅਕਾਲ ਤਖਤ ਸਾਹਿਬ ਦੀ ਤਰਫੋਂ ਉਹਨਾਂ ਨੇ ਕੀਤਾ ਹੈ ਤੇ ਉਹੀ ਏਜੰਡਾ ਦੱਸਣਗੇ ਕਿ ਵੀ ਕੀ ਹੈ। नहीं उन्होंने हुने इंटरव्यू चो कहा कि ये कॉल जो है गुरु सिंह सभा ने किया है और तुसी ये सवाल गुरु सिंह सभा के प्रधान नाल पूछो। मेरा ये कहना है कि मान लो तुसी साधारण सभा कॉल किया है या मुख्य चुनाव अधिकारी ने किया है पर ਉਹਦੇ ਚੋਂ एजेंडा तो क्लीयर होना चाहिए सी ना। नोटिस के अंदर एजेंडा क्लीयर होना चाहिए सी कि चुनाव अधिकारी नियुक्त करना है या मतलब अमेंडमेंट करना है। मीटिंग बुलांदा जो मसौदा है वो प्रेस विज्ञप्ति के अंदर नहीं है। ਹੁਣ जो 31 तारीख की मीटिंग है उस दे पहले तुसी इसमें स्पष्ट करोगे? बिल्कुल, कल मैं गल करके और आप जी ਨੂੰ ਉਹਦੇ ਬਾਰੇ ਜਾਣੂ ਕਰਾ ਦਾਂਗਾ। एक गल उत्ते और मीटिंग चो आई है किसी पतवंते सज्जन ने ये प्रस्ताव रखा कि इंदौर गुरु सिंह सभा ਨੂੰ अधिकार विहीन किया जाए। इस गल की मंग की है। ये मंग वो पतवंते सज्जन काफ़ी चिर नाल कर रहे हैं। इस ਨੂੰ लेके तुसी की कहना चाहोगे? नहीं क्यों किया जाए। श्री गुरु सिंह सभा इंदौर ਵਿੱਚ ਅੱਜ ਇੰਨੇ ਸਾਲ ਤੋਂ ਅਸੀਂ ਸੇਵਾ ਦੇ ਰਹੇ ਹਾਂ, ਆਪਣਾ ਸਮੇਂ ਦੇ ਰਹੇ ਹਾਂ ਔਰ ਸੰਗਤਾਂ ਵਾਸਤੇ ਹਾਜ਼ਰ ਹੈਗੇ ਹਾਂ ਔਰ ਚੜ੍ਹਦੀ ਕਲਾ ਵੀ ਸੇਵਾਵਾਂ ਹੋ ਰਹੀਆਂ ਨੇ ਤੇ ਕਿਉਂ ਕੀਤਾ ਜਾਏ। ਇਹ ਉਹ ਸੱਜਣ ਨੂੰ ਜਿੰਨੇ ਵੀ ਮੰਗ ਕੀਤੀ ਹੈ ਮੈਨੂੰ ਪਤਾ ਹੈਗਾ ਲੇਕਿਨ ਕੁਐਸਚਨ ਇਹ ਹੈ ਕਿ ਠੀਕ ਹੈ ਉਹਦਾ ਅਧਿਕਾਰ ਹੈ ਬੋਲਣ ਦਾ ਲੇਕਿਨ ਸੰਗਤਾਂ ਇਸ ਮਾਮਲੇ ਜਾਣੂ ਹਨ। ਇੰਦੌਰ ਦੀ ਸੰਗਤ ਬਹੁਤ ਸੂਝਵਾਨ ਹੈ, ਉਹਨਾਂ ਨੂੰ ਪਤਾ ਹੈ ਔਰ 12 ਸਾਲ ਤੋਂ ਸ਼੍ਰੀ ਗੁਰੂ ਸਿੰਘ ਸਭਾ ਨੇ ਚੜ੍ਹਦੀ ਕਲਾ ਜਿੰਨੇ ਵੀ ਕਾਰਜ ਕਰੇ ਨੇ ਗੁਰੂ ਘਰ ਦੇ ਸੰਗਤਾਂ ਦੇ ਸਹਿਯੋਗ ਨਾਲ ਕੀਤੇ ਨੇ ਔਰ ਅਸੀਂ ਇਮਾਨਦਾਰੀ ਨਾਲ ਆਪਣੀ ਸੇਵਾਵਾਂ ਦਿੱਤੀਆਂ ਨੇ, ਆਪਣਾ ਵਕਤ ਦਿੱਤਾ ਹੈ ਔਰ ਸ਼੍ਰੀ ਗੁਰੂ ਸਿੰਘ ਸਭਾ ਅੱਗੇ ਵੀ ਚੜ੍ਹਦੀ ਕਲਾ 'ਚ ਕੰਮ ਕਰੇਗੀ। ਇਹ ਇੰਦੌਰ ਦੀ ਸੰਗਤਾਂ ਦੀ ਆਸ ਹੈ ਔਰ ਇਹੀ ਵੇਖ ਲੈਣਾ ਤੁਸੀਂ ਇਹ ਚੀਜ਼ ਸਾਹਮਣੇ ਗੁਰੂ ਨਾਨਕ ਦੇ ਦਰ 'ਤੇ ਬੈਠਿਆ ਗੁਰੂ ਨਾਨਕ ਦੇ ਦਰ ਦੀ ਸੇਵਾ ਰਹਿਤ ਮਰਿਆਦਾ ਦੇ ਧਨੀ ਵਿਅਕਤੀ ਨੂੰ ਹੀ ਮਿਲੇਗੀ ਔਰ ਇਹ ਚੀਜ਼ ਤੁਹਾਡੇ ਸਾਹਮਣੇ ਆ ਜਾਏਗੀ।
ਇੱਕ ਸੁਝਾਅ ਚੁਣਾਵ ਅਧਿਕਾਰੀ ਮਹੋਦय ਕਹਿ ਰਹੇ ਸਨ ਕਿ ਉਹਨਾਂ ਦੇ ਸਾਹਮਣੇ ਸੁਝਾਅ ਕਾਫੀ ਮਾਤਰਾ 'ਚ ਆਇਆ ਹੈ ਕਿ ਇਹ ਚੁਣਾਵ ਅਗਰ ਸਰਬਸੰਮਤੀ ਨਾਲ ਹੋਣ, ਸੰਗਤ ਦੀ ਮੰਗ ਹੈ। ਉਹਨਾਂ ਦਾ ਇਹ ਕਹਿਣਾ ਸੀ ਕਿ ਮੇਰੇ ਕੋਲ ਫੋਨ ਵੀ ਆਏ ਨੇ ਔਰ ਕਾਫੀ ਸੁਝਾਅ ਆ ਰਹੇ ਨੇ ਕਿ ਚੁਣਾਵ ਸਰਬਸੰਮਤੀ ਨਾਲ ਹੋ ਜਾਣੇ ਚਾਹੀਦੇ ਨੇ, ਉਹ ਸਮਾਜ ਦੇ ਹਿੱਤ ਲਈ ਚੰਗਾ ਹੋਵੇਗਾ। ਇਸ ਪ੍ਰਕਾਰ ਦਾ ਅਸੀਂ ਵੀ ਕਈ ਵਾਰ ਪ੍ਰਯਾਸ ਕਰਦੇ ਰਹੇ ਹਾਂ। ਤੁਹਾਡਾ ਇਸ ਨੂੰ ਲੈ ਕੇ ਕੀ ਵਿਚਾਰ ਹੈ? ਨਹੀਂ, ਬੜੀ ਅੱਛੀ ਸੋਚ ਹੈ। ਉਹਦੇ 'ਚ ਕੋਈ ਸਾਡੀ ਤਰਫੋਂ ਕੋਈ ਨਾ ਨਹੀਂ ਹੈ ਬਈ ਜੋ ਸ਼੍ਰੀ ਗੁਰੂ ਸਿੰਘ ਸਭਾ ਦੇ ਰਹਿਤ ਮਰਿਆਦਾ ਦਾ ਧਨੀ ਵਿਅਕਤੀਤਵ ਵਾਲੇ ਵਿਅਕਤੀ ਹਨ ਪੂਰੇ ਇੰਦੌਰ ਦੇ ਅੰਦਰ। ਕਈ ਵਿਅਕਤੀ ਹੈ, ਮੈਂ ਪਹਿਲਾਂ ਵੀ ਕਹਿ ਚੁੱਕਿਆ ਕਿ ਸੇਵਾਵਾਂ ਦਿੰਦੇ ਹਨ ਲੇਕਿਨ ਸਾਹਮਣੇ ਨਹੀਂ ਆਉਂਦੇ ਹਨ। ਉਹਦੇ ਵਾਸਤੇ ਸੰਗਤਾਂ ਨੂੰ ਖੁੱਲ੍ਹ ਕੇ ਸਾਹਮਣੇ ਆਉਣਾ ਪਏਗਾ, ਕਿਉਂਕਿ ਸੰਗਤ ਸੋਚੇ ਕਿ ਅਸੀਂ ਸੰਬੰਧ ਨਿਭਾਈਏ ਔਰ ਗੁਰੂ ਘਰ ਦੀ ਸੇਵਾ ਵੀ ਕਰੀਏ ਔਰ ਗੁਰੂ ਘਰ ਦੀ ਸੇਵਾ ਵਿੱਚ ਉਹ ਜਿਹੇ ਬੰਦੇ ਆ ਜਾਣ ਜਿਹੜੇ ਵੱਜਰ ਕੁਰੈਤੀਏ ਹਨ ਜਾਂ ਉਹਨਾਂ ਨੂੰ ਕਿਸੇ ਚੀਜ਼ ਦਾ ਲਿਹਾਜ਼ ਹੀ ਨਹੀਂ ਹੈ। ਅਤੇ ਇਸ ਲਈ ਕੀ ਹੈ ਕਿ ਉਹ ਬੰਦੇ ਅੱਗੇ ਆਉਣ ਜਿਹੜੇ ਸਮਾਜ ਨੂੰ ਅੱਛੀ ਦਿਸ਼ਾ ਔਰ ਦਿਸ਼ਾ ਦੇ ਸਕਣ, ਬੱਚਿਆਂ ਨੂੰ ਸੂਝਵਾਨ ਬਣਾ ਸਕਣ, ਗੁਰਮੁਖੀ ਦੇ ਜਾਣੂ ਹਨ ਔਰ ਉਹਨਾਂ ਨੂੰ ਪਤਾ ਹੋਏ ਸਿੱਖੀ ਕੀ ਹੈ ਔਰ ਸਿੱਖੀ ਦਾ ਮੇਨ ਸਿਧਾਂਤ ਕੀ ਹੈ ਔਰ ਮਾਨਵਤਾ ਦੀ ਸੇਵਾ ਕੀ ਹੈ। ਇਹ ਸਭ ਚੀਜ਼ ਬਾਰੇ ਜਿਹੜੇ ਸੰਗਤਾਂ ਸੇਵਾ ਕਰਦੀ ਹਨ ਉਹ ਜਾਣੂ ਹਨ ਔਰ ਇੰਦੌਰ ਦੀ ਸੰਗਤ ਵਿੱਚ ਖੁੱਲ੍ਹ ਕੇ ਫਿਰ ਉਸ ਚੀਜ਼ ਵਾਸਤੇ ਆਉਣਾ ਪਏਗਾ, ਕਿਉਂਕਿ ਅਸੀਂ ਅੱਜ ਕੋਈ ਵੀ ਨਿਰਣੇ ਲੈਣ ਦੇ ਅਧਿਕਾਰੀ ਨਹੀਂ ਬਚੇ, ਕਿਉਂਕਿ ਸਾਰਾ ਪ੍ਰੋਸੈਸ ਔਨ ਹੋ ਚੁੱਕਿਆ। ਹੁਣ ਤੁਸੀਂ ਕਹੋ ਕਿ ਅਸੀਂ ਵਾਪਸ ਤੋਂ ਕੋਈ ਚੀਜ਼ ਬਾਰੇ ਏਜੰਡਾ ਲਿਆਈਏ ਤੇ ਉਹ ਗੱਲ ਇਹ ਆਏਗੀ ਕਿ ਵੀ ਸ਼੍ਰੀ ਗੁਰੂ ਸਿੰਘ ਸਭਾ ਦੀਆਂ ਚੋਣਾਂ ਫਿਰ ਡਿਲੇ ਕਰਾਉਣ ਦੀ ਗੱਲ ਕਰ ਰਹੇ ਨੇ, ਤੇ ਅਸੀਂ ਉਹ ਨਹੀਂ ਗੱਲ ਕਰ ਰਹੇ। ਅਸੀਂ ਕਹਿ ਰਹੇ ਹਾਂ ਜੋ ਹੁਕਮ ਹੋਇਆ ਹੈ, ਜੋ ਸੰਗਤ ਦਾ ਹੁਕਮ ਹੋਏਗਾ ਉਹ ਸਿਰ ਮੱਥੇ ਤੇ ਰਹੇਗਾ। ਜਿਹਨੂੰ ਸੇਵਾ ਦੇਗੀ ਉਹਨੂੰ ਸੇਵਾ ਪ੍ਰਵਾਨ ਹੋਏਗੀ। ਇੰਨਾ ਹੀ ਸ਼ਬਦਾਂ ਨਾਲ ਭੁੱਲਾਂ ਚੁੱਕਾ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਨ ਸਾਡੇ ਨਾਲ ਗੁਰੂ ਸਿੰਘ ਸਭਾ ਦੇ ਪ੍ਰਧਾਨ ਸਰਦਾਰ ਮਨਜੀਤ ਸਿੰਘ ਭਾਟੀਆ। ਅਸੀਂ ਤਿੱਖੇ ਤੇ ਸੱਚੇ ਸਵਾਲ ਪੁੱਛਦੇ ਹਾਂ, ਉਹ ਸਾਡਾ ਧਰਮ ਹੈ, ਸਾਡਾ ਕਰਮ ਵੀ ਹੈ। ਇਹਨਾਂ ਨੇ ਬੜੇ ਹੀ ਸਰਲ ਢੰਗ ਨਾਲ ਹਰ ਸਵਾਲ ਦਾ ਜਵਾਬ ਦਿੱਤਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।